पंक्चुअली एट मिड डे ही ओपनड ਹਿਜ਼ ਬੈਗ। ਪੰਕਚੁਅਲੀ ਯਾਨੀ ਤੁਹਾਨੂੰ ਪਤਾ ਹੀ ਹੈ ਪੰਕਚੁਅਲੀ ਦਾ ਮਤਲਬ ਵੀ ਰੋਜ਼ ਦਾ ਰੋਜ਼ ਟਾਈਮ ਨਾਲ ਜਿਹੜਾ ਕੰਮ ਹੁੰਦਾ ਵਾ। ਪੰਕਚੁਅਲੀ ਐਟ ਮਿਡ ਡੇ ਦੁਪਹਿਰ ਦੇ ਟਾਈਮ ਹੀ ਓਪਨਡ ਹਿਜ਼ ਬੈਗ, ਉਹਨੇ ਆਪਣਾ ਬੈਗ ਖੋਲ੍ਹਿਆ। ਓਪਨਡ ਹੈਗਾ ਇਸ ਲਈ ਪਾਸਟ ਵਿੱਚ ਜਾਊਗਾ ਸੈਂਟੈਂਸ ਸਾਰਾ। ਹਿਜ਼ ਬੈਗ ਐਂਡ ਸਪਰੈਡ ਆਊਟ ਹਿਜ਼ ਪ੍ਰੋਫੈਸ਼ਨਲ ਇਕਵਿਪਮੈਂਟਸ, ਅਤੇ ਉਹਨੇ ਸਪਰੈਡ ਮਤਲਬ ਬੈਗ ਵਿੱਚੋਂ ਕੱਢ ਕੇ ਫੈਲਾ ਦਿੱਤੇ ਆਪਣੇ ਸਾਰੇ ਪ੍ਰੋਫੈਸ਼ਨਲ ਇਕਵਿਪਮੈਂਟਸ। ਜਿਹੜਾ ਵੀ ਉਹ ਕੰਮ ਕਰਦਾ ਸੀ ਉਹਦੇ ਨਾਲ ਦੇ ਜਿਹੜੇ ਵੀ ਉਹਦੇ ਕੋਲ ਔਜ਼ਾਰ ਟੂਲਸ ਵਗੈਰਾ ਸੀਗੇ ਜਾਂ ਸਮਾਨ ਸੀਗਾ ਉਹ ਉਹਨੇ ਬੈਗ 'ਚੋਂ ਕੱਢ ਕੇ ਬਾਹਰ ਸਪਰੈਡ ਕਰ ਦਿੱਤਾ। ਅਤੇ ਉਹਨਾਂ ਇਕਵਿਪਮੈਂਟਸ ਵਿੱਚ ਕੀ ਕੁਛ ਸ਼ਾਮਿਲ ਸੀਗਾ? ਕੰਜਿਸਟਿਡ ਆਫ ਮਤਲਬ ਸ਼ਾਮਿਲ ਹੋਣਾ। ਵਿਚ ਕੰਜਿਸਟਿਡ ਆਫ, ਹੁਣ ਅੱਗੇ ਆ ਸਾਰੇ ਨਾਮ ਲਿਖੇ ਉਹਦੇ ਕੋਲ ਜੋ ਕੁਛ ਵੀ ਸੀਗਾ। ਅ ਡੋਜ਼ਨ ਕੌੜੀ ਸ਼ੈਲਸ, ਕੌੜੀ ਹੁੰਦੀਆਂ ਨੇ ਸਮੁੰਦਰ ਦੇ ਵਿੱਚੋਂ ਨਿਕਲਦੀਆਂ ਛੋਟੀਆਂ ਛੋਟੀਆਂ ਸ਼ੰਖ ਦੇ ਆਕਾਰ ਦੀਆਂ ਹੁੰਦੀਆਂ ਨੇ, ਅਤੇ ਉਹ ਕੌੜੀ ਸ਼ੈਲਸ ਜਿਹੜੇ ਹੁੰਦੇ ਸੀਗੇ ਏਨਸ਼ੀਅੰਟ ਟਾਈਮ ਦੇ ਵਿੱਚ ਜਿਹੜੇ ਜੋਤਸ਼ੀ ਹੁੰਦੇ ਸੀ ਕੌੜੀ ਸ਼ੈਲਸ ਨੂੰ ਜ਼ਮੀਨ 'ਤੇ ਸੁੱਟ ਕੇ ਉਹਦੇ ਹਿਸਾਬ ਨਾਲ ਪ੍ਰਿਡਿਕਸ਼ਨ ਕਰ ਦਿੰਦੇ ਹੁੰਦੇ ਸੀਗੇ। ਆ ਸਕੁਏਅਰ ਪੀਸ ਆਫ ਕਲੋਥ ਵਿਦ ਔਬਸਕਿਓਰ ਮਿਸਟਿਕ ਚਾਰਟਸ ਔਨ ਇਟ, ਇੱਕ ਸਕੁਏਅਰ ਸ਼ੇਪ ਦਾ ਕਲੋਥ ਪੀਸ ਸੀਗਾ ਜਿਹਦੇ ਉੱਤੇ ਬੜੀਆਂ ਰਹੱਸਿਆ ਭਰੇ ਚਾਰਟਸ ਬਣੇ ਹੋਏ ਸੀਗੇ। ਅਤੇ ਉਹਨਾਂ ਚਾਰਟਸ ਵਿੱਚ ਕੀ ਬਣਿਆ ਹੁੰਦਾ? ਕੁੰਡਲੀਆਂ ਵਗੈਰਾ ਹੁੰਦੀਆਂ, ਪੰਚਾਂਗ ਵਗੈਰਾ ਹੁੰਦੇ ਜੋਤਸ਼ੀਆਂ ਕੋਲ, ਜਿਵੇਂ ਉਵੇਂ ਦਾ ਉਹਦੇ ਕੋਲ ਬਣਿਆ ਹੋਇਆ ਸੀਗਾ ਚਾਰਟਸ। ਆ ਨੋਟਬੁੱਕ ਸੀ ਇੱਕ। ਐਂਡ ਅ ਬੰਡਲ ਆਫ ਪੈਲਮਾਇਰਾ ਰਾਈਟਿੰਗ। ਏਨਸ਼ੀਅੰਟ ਟਾਈਮ ਦੇ ਵਿੱਚ ਇੱਕ ਟਰੀ ਹੁੰਦਾ ਸੀਗਾ ਜਿਹੜਾ ਪਾਮ ਟਰੀ ਹੁੰਦਾ ਸੀਗਾ ਜਿਹਦੇ ਤੋਂ ਜੈਗਰੀ ਲਿਆ ਜਾਂਦਾ ਸੀਗਾ, ਜੈਗਰੀ ਬਣਦਾ ਸੀ, ਅਤੇ ਉਹਦੇ ਜਿਹੜੇ ਪੱਤੇ ਹੁੰਦੇ ਸੀਗੇ ਨਾ ਉਹ ਯੂਜ਼ ਕੀਤੇ ਜਾਂਦੇ ਸੀਗੇ ਬੜੀਆਂ ਇੰਪੋਰਟੈਂਟ ਰਾਈਟਿੰਗ ਲਿਖਣ ਦੇ ਲਈ। ਅਤੇ ਉਹ ਸੀਗਾ ਉਹਦੇ ਕੋਲ ਇੱਕ ਬੰਡਲ ਪੂਰਾ ਪਲਮਾਇਰਾ ਰਾਈਟਿੰਗਸ ਦਾ, ਜਿਹਦੇ ਉੱਤੇ ਬੜੀਆਂ ਇੰਪੋਰਟੈਂਟ ਕੁਝ ਚੀਜ਼ਾਂ ਲਿਖੀਆਂ ਹੋਈਆਂ ਸੀਗੀਆਂ। ਹਿਜ਼ ਫੋਰਹੈਡ ਵਾਜ਼ ਰੈਸਪਲੈਂਡੈਂਟ ਵਿਦ ਸੈਕਰਡ ਐਸ਼ ਐਂਡ ਵਰਮਿਲੀਅਨ, ਉਹਦੇ ਮੱਥੇ ਦੇ ਉੱਤੇ ਸੈਕਰਡ ਐਸ਼ ਯਾਨੀ ਕਿ ਜਿਹੜੀ ਪਵਿੱਤਰ ਸਵਾਹ ਹੁੰਦੀ ਆ, ਰਾਖ ਜਾਂ ਵਿਭੂਤੀ ਕਹਿੰਦੇ ਜਿਹਨੂੰ ਹਿੰਦੀ ਦੇ ਵਿੱਚ, ਉਹਦੇ ਨਾਲ ਉਹਦਾ ਮੱਥਾ ਚਮਕ ਰਿਹਾ ਸੀ। ਰਾਖ ਅਤੇ ਵਰਮਿਲੀਅਨ ਹੁੰਦਾ ਸਿੰਦੂਰ, ਉਹ ਉਹਨੇ ਮੱਥੇ ਦੇ ਉੱਤੇ ਲਗਾਇਆ ਹੋਇਆ ਸੀਗਾ। ਐਂਡ ਹਿਜ਼ ਆਈਜ਼ ਸਪਾਰਕਲਡ ਵਿਦ ਅ ਸ਼ਾਰਪ ਐਬਨੋਰਮਲ ਗਲੀਮ, ਅਤੇ ਉਹਦੀਆਂ ਅੱਖਾਂ 'ਚ ਇੱਕ ਚਮਕ ਸੀਗੀ। ਐਬਨੋਰਮਲ ਗਲੀਮ ਸੀ ਮਤਲਬ ਐਬਨੋਰਮਲ ਮਤਲਬ ਨੋਰਮਲ ਤੋਂ ਵੀ ਪਰੇ, ਨੋਰਮਲ ਨਹੀਂ ਸੀ ਜਿਹੜੀ ਨੋਰਮਲ ਤੋਂ ਜ਼ਿਆਦਾ ਸੀ। ਵਿਚ ਵਾਜ਼ ਰੀਅਲੀ ਐਨ ਆਊਟਕਮ ਆਫ ਅ ਕੰਟੀਨਿਊਅਲ ਸਰਚਿੰਗ ਲੁੱਕ ਫॉर ਕਸਟਮਰਸ। ਹੁਣ ਇਹ ਜਿਹੜੀ ਚਮਕ ਸੀ ਇਹ ਕਿਸ ਕਰਕੇ ਸੀਗੀ? ਕਿ ਉਹ ਆਪਣੇ ਕਸਟਮਰਸ ਨੂੰ ਲੱਭਦਾ ਸੀਗਾ, ਇੱਕ ਅੱਖਾਂ 'ਚ ਚਮਕ ਭਰ ਕੇ। ਅੱਖਾਂ 'ਚ ਚਮਕ ਸੀ ਕਸਟਮਰ ਨੂੰ ਲੱਭਣ ਦੀ, ਵੀ ਕੋਈ ਆਵੇ ਮੇਰੇ ਕੋਲ ਬੈਠੇ ਅਤੇ ਮੈਨੂੰ ਪੈਸੇ ਦੇਵੇ ਮੇਰੇ ਤੋਂ ਕੁਝ ਪੁੱਛ ਕੇ। ਬਟ ਵਿਚ ਹਿਜ਼ ਸਿੰਪਲ ਕਲਾਇੰਟਸ ਟੁੱਕ ਟੂ ਬੀ ਅ ਪ੍ਰੋਫੈਟਿਕ ਲਾਈਟ ਐਂਡ ਫੈਲਟ ਕੰਫਰਟਡ। ਲੇਕਿਨ ਜਿਹੜੇ ਉਹਦੇ ਕਲਾਇੰਟ ਆਉਂਦੇ ਸੀਗੇ ਭੋਲੇ ਜਿਹੇ ਸਿੰਪਲ ਜਿਹੇ, ਉਹ ਉਸ ਚਮਕ ਨੂੰ ਕਿਵੇਂ ਫੀਲ ਕਰਦੇ ਸੀ? ਜਿਵੇਂ ਕਿਸੇ ਡਿਵਾਈਨ ਬੰਦੇ ਦੀ ਤੇਜ ਹੁੰਦਾ ਵਾ, ਅਤੇ ਉਹਦੇ ਕੋਲ ਜਾ ਕੇ ਉਹਨਾਂ ਨੂੰ ਬੜਾ ਕੰਫਰਟ ਫੀਲ ਹੁੰਦਾ ਸੀ ਵੀ ਇਹ ਕੋਈ ਮਹਾਤਮਾ ਹੈਗਾ ਹੈ ਅਤੇ ਇਹ ਸਾਨੂੰ ਕੋਈ ਸਿੱਧੇ ਰਸਤੇ ਪਾਊਗਾ, ਕੁਛ ਚੰਗੀ ਗੱਲ ਦੱਸੇਗਾ। The power of his eyes was considerably enhanced by their position, placed as they were between the painted forehead and the dark whiskers which streamed down his cheeks। ਅਤੇ ਉਹਦੀਆਂ ਜਿਹੜੀਆਂ ਅੱਖਾਂ ਦੀ ਪਾਵਰ ਸੀ, ਸ਼ਕਤੀ ਸੀ ਜਿਹੜੀ ਚਮਕ ਵਾਲੀ, ਉਹ ਹੋਰ ਵੀ ਜ਼ਿਆਦਾ ਐਨਹੈਂਸਡ ਹੋ ਜਾਂਦੀ ਸੀਗੀ, ਬਹੁਤ ਚੰਗੇ ਤਰੀਕੇ ਦੇ ਨਾਲ ਐਨਹੈਂਸਡ ਹੋ ਜਾਂਦੀ ਸੀ ਉਹਨਾਂ ਦੀ ਪੋਜੀਸ਼ਨ ਕਰਕੇ। ਉਹਦੀਆਂ ਅੱਖਾਂ ਦੀ ਪੋਜੀਸ਼ਨ ਕਿਵੇਂ ਸੀ? ਇੱਕ ਤਾਂ ਅੱਖਾਂ ਦੇ ਉੱਤੇ ਪੇਂਟਡ ਫੋਰਹੈਡ, ਉਹਦਾ ਇੰਪਰੈਸ਼ਨ ਪੈ ਰਿਹਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਵਿਸਕਰ ਸੀ, ਮੁੱਛਾਂ ਸੀਗੀਆਂ ਜਿਹੜੀਆਂ ਉਹਦੇ ਚੀਕਸ ਤੋਂ ਵੀ ਥੱਲੇ ਨੂੰ ਜਾ ਰਹੀਆਂ ਸੀ, ਸਟਰੀਮਡ ਮਤਲਬ ਨਦੀ ਵਾਂਗੂ ਥੱਲੇ ਨੂੰ ਐਵੇਂ ਕਰਕੇ ਬਹਿੰਦੀਆਂ, ਜਿਵੇਂ ਉਹਦੀਆਂ ਮੁੱਛਾਂ ਦੀ ਜਿਹੜੀ ਸ਼ੇਪ ਸੀਗੀ ਉਹ ਵੀ ਬੜੀ ਇੰਪਰੈਸ਼ਨਿਸਟਿਕ ਸੀਗੀ। ਅਤੇ ਉਹਦੀਆਂ ਅੱਖਾਂ ਉਹਨਾਂ ਦੇ ਵਿਚਕਾਰ, ਉਹ ਸਭ ਕੁਝ ਮਿਲ ਕੇ ਪੂਰੀ ਉਹਦੀ ਲੁੱਕ ਸੀਗੀ ਜਿਹੜੀ ਉਹ ਬਹੁਤ ਹੀ ਇੰਪਰੈਸ਼ਨ ਵਾਲੀ ਬਣ ਰਹੀ ਸੀਗੀ, ਇੰਨੀ ਵਧੀਆ ਲੁੱਕ ਬਣ ਰਹੀ ਸੀ। ਈਵਨ ਆ ਹਾਫ ਵਿਟਸ ਆਈਜ਼ ਵੁੱਡ ਸਪਾਰਕਲ ਇਨ ਸਚ ਅ ਸੈਟਿੰਗ, ਇਹੋ ਜਿਹੀ ਸੈਟਿੰਗ ਵਿੱਚ ਤਾਂ ਕਿਸੇ ਬੇਵਕੂਫ ਦੀਆਂ ਆਈਜ਼ ਵੀ ਬਹੁਤ ਸੋਹਣੀ ਤਰ੍ਹਾਂ ਚਮਕਣਗੀਆਂ। ਹਾਫ ਵਿਟਸ ਹੁੰਦਾ ਅਕਲਮੰਦੀ, ਠੀਕ ਹੈ, ਸਾਡੀ ਇੰਟੈਲੀਜੈਂਸ, ਅਤੇ ਹਾਫ ਮਤਲਬ ਅੱਧੇ ਦਿਮਾਗ ਵਾਲਾ ਬੰਦਾ ਯਾਨੀ ਸਟੂਪਿਡ। ਕੋਈ ਸਟੂਪਿਡ ਵੀ ਇਹੋ ਜਿਹਾ ਭੇਸ਼ ਧਾਰੇ ਅਤੇ ਉਹ ਵੀ ਬੜਾ ਸੋਹਣਾ ਲੱਗੇਗਾ, ਚੰਗਾ ਲੱਗੇਗਾ, ਇੰਪਰੈਸ਼ਨ ਵਾਲਾ ਲੱਗੇਗਾ ਇਹਦੇ ਵਿੱਚ। ਟੂ ਕਰਾਊਨ ਦਾ ਇਫੈਕਟ ਹੀ ਵਾਊਂਡ ਅ ਸੈਫਰਨ ਕਲਰਡ ਟਰਬਨ ਅਰਾਊਂਡ ਹਿਜ਼ ਹੈਡ। ਇਸ ਇਫੈਕਟ ਨੂੰ ਹੋਰ ਵੀ ਜ਼ਿਆਦਾ ਕੰਪਲੀਟ ਕਰਨ ਲਈ ਉਹ ਹੁਣ ਇੱਥੇ ਵਾਊਂਡ ਤਾਂ ਬੋਲਿਆ ਕਿ ਇਹਦਾ ਇੱਥੇ ਵਾਊਂਡ ਦਾ ਮਤਲਬ ਗੋਲ ਘੁਮਾਉਣਾ ਹੈਗਾ। ਇੱਕ ਵਰਡ ਹੁੰਦਾ ਵੂੰਡ, ਉਹਦਾ ਮਤਲਬ ਹੁੰਦਾ ਜ਼ਖਮ, ਉਹ ਇੱਥੇ ਨਹੀਂ ਆਉਣਾ, ਇਸ ਚੈਪਟਰ 'ਚ ਯੂਜ਼ ਨਹੀਂ ਹੋ ਰਿਹਾ ਉਹ ਵਰਡ। ਹੀ ਵਾਊਂਡ ਸੈਫਰਲ ਕਲਰਡ ਟਰਬਨ, ਉਹਨੇ ਟਰਬਨ ਬੰਨੀ ਸੀਗੀ, ਅਤੇ ਵਾਊਂਡ ਮਤਲਬ ਗੋਲ ਘੁਮਾ ਕੇ ਅਰਾਊਂਡ ਹਿਜ਼ ਹੈਡ।
ਦਿਸ ਕਲਰ ਸਕੀਮ ਨੈਵਰ ਫੇਲਡ, ਇਹ ਵਾਲੀ ਕਲਰ ਸਕੀਮ ਉਹਦੀ ਕਦੀ ਫੇਲ ਨਹੀਂ ਹੋਈ। ਪੀਪਲ ਵਰ ਅਟਰੈਕਟਿਡ ਟੂ ਹਿਮ, ਲੋਕੀ ਉਹਦੇ ਵੱਲ ਅਟਰੈਕਟ ਹੋ ਜਾਂਦੇ ਸੀ। ਐਜ਼ ਬੀਜ਼ ਆਰ ਅਟਰੈਕਟਿਡ ਟੂ ਕੋਸਮੋਸ ਔਰ ਡੈਲੀਆ ਸਟਾਕਸ, ਜਿਵੇਂ ਕਿ ਮਧੂ ਮੱਖੀਆਂ ਕੋਸਮੋਸ ਜਾਂ ਡੈਲੀਆ ਦੇ ਫਲਾਵਰਸ ਵੱਲ ਅਟਰੈਕਟ ਹੁੰਦੀਆਂ ਸੀ। ਹੀ ਸੈਟ ਅੰਡਰ ਦਾ ਬੋਜ਼ ਆਫ ਅ ਸਪਰੈਡਿੰਗ ਟੈਮਰਿਨ ਟਰੀ, ਉਹ ਵੱਧਦੇ ਹੋਏ ਫੈਲਦੇ ਹੋਏ ਇਮਲੀ ਦੇ ਪੇੜ ਦੀਆਂ ਟਹਿਣੀਆਂ ਦੇ ਨੀਚੇ ਬਹਿੰਦਾ ਸੀਗਾ। ਵਿੱਚ ਫਲੈਂਕਡ ਆ ਪਾਥ, ਜਿਹੜਾ ਪੇੜ ਇੱਕ ਰਸਤੇ ਦੇ ਕਿਨਾਰੇ ਦੇ 'ਤੇ ਸੀਗਾ। ਰਨਿੰਗ ਥਰੂ ਦ ਟਾਊਨ ਹਾਲ ਪਾਰਕ, ਅਤੇ ਉਹ ਜਿਹੜਾ ਪੈਥ ਸੀਗਾ, ਰਸਤਾ ਸੀਗਾ, ਉਹ ਟਾਊਨ ਹਾਲ ਪਾਰਕ ਦੇ ਵਿੱਚੋਂ ਦੀ ਲੰਘ ਕੇ ਜਾਂਦਾ ਸੀਗਾ। ਅਤੇ ਇਸ ਵਰਡ ਨੂੰ ਤੁਸੀਂ ਬੋਲਣਾ ਥਰੂ, ਥਰੋ ਨਹੀਂ ਬੋਲਣਾ। ਉਹ ਹੁੰਦਾ THROW, ਉਹਦਾ ਮਤਲਬ ਹੁੰਦਾ ਸੁੱਟ ਦੇਣਾ। ਇਹ ਹੁੰਦਾ ਥਰੂ, ਮਤਲਬ ਦੇ ਵਿੱਚੋਂ ਦੀ, ਟਾਊਨ ਹਾਲ ਪਾਰਕ ਦੇ ਵਿੱਚੋਂ ਦੀ ਰਸਤਾ ਲੰਘ ਕੇ ਜਾਂਦਾ ਸੀ। ਇਟ ਵਾਜ਼ ਅ ਰਿਮਾਰਕੇਬਲ ਪਲੇਸ ਇਨ ਮੈਨੀ ਵੇਜ਼, ਇਹ ਰਸਤਾ ਬਹੁਤ ਤਰ੍ਹਾਂ ਨਾਲ ਉਹਦੇ ਲਈ ਬਹੁਤ ਵਧੀਆ ਸੀਗਾ, ਫਾਇਦੇਮੰਦ ਰਸਤਾ ਸੀ ਉਹਦੇ ਲਈ। ਅ ਸਰਜਿੰਗ ਕਰਾਊਡ, ਇੱਕ ਵੱਧਦੀ ਹੋਈ ਭੀੜ। ਵਾਜ਼ ਆਲਵੇਜ਼ ਮੂਵਿੰਗ ਅਪ ਐਂਡ ਡਾਊਨ, ਭੀੜ ਹਮੇਸ਼ਾ ਉੱਥੇ ਅੱਗੇ ਇੱਧਰ ਉੱਧਰ ਜਾਂਦੀ ਰਹਿੰਦੀ ਸੀਗੀ। ਦਿਸ ਨੈਰੋ ਰੋਡ, ਇਸ ਪਤਲੇ ਜਿਹੇ ਰਸਤੇ 'ਤੇ। ਮਾਰਨਿੰਗ ਟਿਲ ਨਾਈਟ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਅ ਵੈਰਾਈਟੀ ਆਫ ਟ੍ਰੇਡਸ ਐਂਡ ਆਕੂਪੇਸ਼ਨਸ ਵਰ ਰਿਪਰੈਜ਼ੈਂਟਡ ਆਲ ਅਲੋਂਗ ਇਟਸ ਵੇ, ਇਸ ਰਸਤੇ 'ਤੇ ਕਿੰਨੇ ਤਰ੍ਹਾਂ ਦੇ ਟ੍ਰੇਡਸ ਯਾਨੀ ਵਪਾਰ ਅਤੇ ਕੰਮ ਉੱਥੇ ਕੀਤੇ ਜਾ ਰਹੇ ਸੀ। ਜਿਵੇਂ ਕਿ ਮੈਡੀਸਿਨ ਸੈਲਰ ਬਹਿੰਦੇ ਸੀ ਉੱਥੇ, ਸੈਲਰਸ ਆਫ ਸਟੋਲਨ ਹਾਰਡਵੇਅਰ ਐਂਡ ਜੰਕ, ਚੋਰੀ ਕੀਤੇ ਹੋਏ ਹਾਰਡਵੇਅਰ ਅਤੇ ਕਬਾੜ ਦਾ ਸਮਾਨ ਵੇਚਣ ਵਾਲੇ ਬੈਠਦੇ ਸੀ। ਮੈਜੀਸ਼ੀਅਨਸ ਬੈਠਦੇ ਸੀ ਉੱਥੇ। ਐਂਡ ਅਬਵ ਆਲ, ਸਭ ਤੋਂ ਜ਼ਿਆਦਾ, ਐਨ ਆਕਸ਼ਨੀਅਰ ਆਫ ਚੀਪ ਕਲੋਥਸ, ਸਸਤੇ ਕੱਪੜੇ ਵੇਚਣ ਵਾਲੇ। ਹੂ ਕ੍ਰੀਏਟਡ ਇਨਫ ਡਿਨ ਆਲ ਡੇ ਟੂ ਅਟਰੈਕਟ ਦ ਹੋਲ ਟਾਊਨ, ਜਿਹੜੇ ਕਿ ਸਸਤੇ ਕੱਪੜੇ ਵੇਚਣ ਵਾਲੇ ਉੱਥੇ ਪੂਰਾ ਦਿਨ ਬਹੁਤ ਜ਼ਿਆਦਾ ਡਿਨ ਕ੍ਰੀਏਟ ਕਰਦੇ ਸੀ, ਯਾਨੀ ਕਿ ਬਹੁਤ ਜ਼ਿਆਦਾ ਰੌਲਾ ਪਾਉਂਦੇ ਸੀਗੇ, ਤਾਂ ਕਿ ਪੂਰੇ ਟਾਊਨ ਨੂੰ ਇਕੱਠਾ ਕਰ ਸਕਣ ਆਪਣੇ ਕੋਲ। ਜਿਵੇਂ ਕਿ ਆਪਣੇ ਚੌੜੇ ਬਾਜ਼ਾਰ ਵਿੱਚ ਜੇ ਕੋਈ ਗਿਆ ਹੋਏ, ਉੱਥੇ ਉਹਨੇ ਦੇਖਿਆ ਹੋਣਾ ਕਿਵੇਂ ਰੌਲਾ ਪਾ ਪਾ ਕੇ ਸਾਰਿਆਂ ਨੂੰ ਬੁਲਾਉਂਦੇ ਆ ਆਪਣੇ ਕੋਲ। ਨੈਕਸਟ ਟੂ ਹਿਮ ਇਨ ਵੈਸੀਫੇਰਸਨੈਸ ਕੇਮ ਅ ਵੈਂਡਰ ਆਫ ਫਰਾਈਡ ਗਰਾਊਂਡਨਟ, ਉਸ ਕੱਪੜੇ ਵੇਚਣ ਵਾਲੇ ਤੋਂ ਬਾਅਦ ਜਿਹੜਾ ਬੰਦਾ ਆਂਦਾ ਸੀਗਾ, ਜਿਹਦੀ ਕੈਪੈਸਿਟੀ ਬਹੁਤ ਜ਼ਿਆਦਾ ਸੀ ਰੌਲਾ ਪਾਉਣ ਦੀ, ਉਹ ਕੌਣ ਸੀਗਾ? ਇੱਕ ਭੁੱਜੀਆਂ ਹੋਈਆਂ ਮੂੰਗਫਲੀਆਂ ਵੇਚਣ ਵਾਲਾ ਸੀਗਾ। ਹੂ ਗੇਵ ਹਿਜ਼ ਵੇਅਰ ਅ ਫੈਂਸੀ ਨੇਮ ਈਚ ਡੇ, ਜਿਹੜਾ ਕਿ ਆਪਣੇ ਵੇਅਰ ਯਾਨੀ ਸਮਾਨ ਨੂੰ, ਯਾਨੀ ਮੂੰਗਫਲੀਆਂ ਨੂੰ, ਆਪਣੇ ਸਮਾਨ ਨੂੰ ਰੋਜ਼ ਹੀ ਇੱਕ ਨਵਾਂ ਅਲੱਗ ਜਿਹਾ ਨਾਮ ਦਿੰਦਾ ਸੀ। ਕਾਲਿੰਗ ਇਟ ਬੰਬੇ ਆਈਸਕ੍ਰੀਮ ਵਨ ਡੇ, ਇੱਕ ਦਿਨ ਉਹਨੂੰ ਬੰਬੇ ਆਈਸਕ੍ਰੀਮ ਕਹਿੰਦਾ ਸੀ। ਐਂਡ ਔਨ ਦ ਨੈਕਸਟ ਡੈਲੀ ਆਲਮੰਡ, ਅਗਲੇ ਦਿਨ ਕਹਿੰਦਾ ਸੀਗੇ ਦਿੱਲੀ ਦੇ ਬਦਾਮ। ਐਂਡ ਔਨ ਦ ਥਰਡ ਰਾਜਾਜ਼ ਡੈਲੀਕੇਸੀ, ਰਾਜਿਆਂ ਦੀ ਡਿਸ਼। ਐਂਡ ਸੋ ਔਨ ਐਂਡ ਸੋ ਫੋਰਥ, ਅਤੇ ਰੋਜ਼ ਹੀ ਉਸ ਤੋਂ ਇਲਾਵਾ ਵੀ ਹੋਰ ਨਵੇਂ ਨਵੇਂ ਨਾਮ ਦਿੰਦਾ ਸੀ। ਐਂਡ ਪੀਪਲ ਫਲੋਕਡ ਟੂ ਹਿਮ, ਅਤੇ ਲੋਕੀ ਉਹਦੇ ਕੋਲ ਆ ਕੇ ਇਕੱਠੇ ਹੋ ਜਾਂਦੇ ਸੀਗੇ। ਉਹਨਾਂ ਨੂੰ ਕਿਉਰੀਓਸਿਟੀ ਹੁੰਦੀ ਸੀਗੀ ਕਿ ਦੇਖੀਏ ਕਿਹੋ ਜਿਹਾ ਟੇਸਟ ਜਿਹੜਾ ਇੰਨੇ ਨਾਮ ਦੇ ਰਿਹਾ ਵਾ। ਅ ਕੰਸੀਡਰੇਬਲ ਪੋਰਸ਼ਨ ਆਫ ਦਿਸ ਕਰਾਊਡ ਅਲਾਈਡ ਬਿਫੋਰ ਦ ਐਸਟ੍ਰੋਲੋਜਰ ਟੂ, ਅਤੇ ਇਸ ਮੂੰਗਫਲੀਆਂ ਵੇਚਣ ਵਾਲੇ ਦੇ ਆਸੇ ਪਾਸੇ ਜਿਹੜੇ ਲੋਕ ਇਕੱਠੇ ਹੁੰਦੇ ਸੀਗੇ, ਉਹਨਾਂ ਵਿੱਚੋਂ ਕਾਫੀ ਵੱਡਾ ਹਿੱਸਾ ਜਿਹੜਾ ਪੋਰਸ਼ਨ ਆ ਭੀੜ ਦਾ, ਐਸਟ੍ਰੋਲੋਜਰ ਦੇ ਕੋਲ ਵੀ ਆ ਜਾਂਦਾ ਸੀਗਾ ਆਪਣਾ ਟਾਈਮ ਪਾਸ ਕਰਨ ਦੇ ਲਈ। The astrologer transacted his business by the light of a flare which crackled and smoked up above the groundnut heap nearby, ਅਤੇ ਐਸਟ੍ਰੋਲੋਜਰ ਆਪਣਾ ਬਿਜ਼ਨਸ ਕਿਵੇਂ ਚਲਾਉਂਦਾ ਸੀਗਾ? ਲਾਈਟ ਕਿੱਥੋਂ ਮਿਲਦੀ ਸੀ ਉਹਨੂੰ? ਜਿਹੜਾ ਮੂੰਗਫਲੀਆਂ ਵੇਚਣ ਵਾਲੇ ਕੋਲ ਜਿਹੜਾ ਲੈਂਪ ਚੱਲ ਰਿਹਾ ਸੀਗਾ, ਉਹਦੀ ਲਾਈਟ ਦੇ ਥੱਲੇ ਉਹ ਬੈਠ ਕੇ ਆਪਣਾ ਬਿਜ਼ਨਸ ਟ੍ਰਾਂਸੈਕਟ ਕਰਦਾ ਸੀਗਾ। ਜਿਹੜਾ ਦੇਣ ਲੈਣ ਦਾ ਕੰਮ ਹੈ, ਆਪਣਾ ਕੰਮ ਕਰਕੇ ਜਿਹੜਾ ਪੈਸੇ ਮਿਲਦੇ ਸੀ, ਉਹਨੂੰ ਆਪਣਾ ਬਿਜ਼ਨਸ ਕਰ ਰਿਹਾ ਸੀ। Half the enhancement of the place was due to the fact that it did not have the benefit of municipal lighting, ਅੱਧੀ ਜਗ੍ਹਾ ਦੀ ਜਿਹੜੀ ਐਨਹੈਂਸਮੈਂਟ ਹੋ ਰਹੀ ਸੀ, ਉਹਦਾ ਇੰਪਰੈਸ਼ਨ ਵੱਧ ਰਿਹਾ ਸੀ ਜਗ੍ਹਾ ਦਾ, ਉਹ ਇਸ ਕਰਕੇ ਸੀਗਾ ਕਿ ਲੋਕਾਂ ਦੀ ਅਲੱਗ-ਅਲੱਗ ਤਰ੍ਹਾਂ ਦੀਆਂ ਉੱਥੇ ਲਾਈਟਾਂ ਲਗਾਈਆਂ ਹੋਈਆਂ ਸੀ। ਮਿਊਨਿਸਪੈਲਿਟੀ ਦੀ ਕੋਈ ਲਾਈਟਿੰਗ ਨਹੀਂ ਸੀਗੀ, ਅਤੇ ਉਹਦੇ ਨਾਲ ਅਲੱਗ ਹੀ ਉਹਦਾ ਸੀਨ ਸੀਗਾ, ਅਤੇ ਉਹ ਜਗ੍ਹਾ ਬੜੀ ਅਟਰੈਕਟ ਕਰਦੀ ਸੀਗੀ। ਦ ਪਲੇਸ ਵਾਜ਼ ਲਿਟ ਅਪ ਬਾਈ ਸ਼ਾਪ ਲਾਈਟਸ, ਦੁਕਾਨਾਂ ਦੀਆਂ ਅਲੱਗ-ਅਲੱਗ ਲਾਈਟਾਂ ਦੇ ਨਾਲ ਉਹ ਜਗ੍ਹਾ ਜਗਮਗਾ ਰਹੀ ਸੀ। 1 or 2 ਹੈਡ ਹਿਸਿੰਗ ਗੈਸ ਲਾਈਟਸ, ਇੱਕ ਜਾਂ ਦੋ ਕੋਲ ਗੈਸ ਲਾਈਟਸ ਹੁੰਦੀਆਂ ਸੀਗੀਆਂ, ਅਤੇ ਉਹਨਾਂ ਵਿੱਚੋਂ ਜਿਹੜੀ ਆਵਾਜ਼ ਆ ਰਹੀ ਹੁੰਦੀ ਉਹਦੇ ਕਰਕੇ ਲਿਖਿਆ ਹਿਸਿੰਗ ਗੈਸ ਲਾਈਟਸ। ਸਮ ਹੈਡ ਨੈਕਡ ਫਲੇਅਰਸ, ਕੁਛ ਕੋਲ ਬਿਨਾਂ ਢੱਕੀਆਂ ਹੋਈਆਂ, ਜਿਵੇਂ ਦੀਵੇ ਬਾਲਦੇ ਨੇ ਉੱਤੇ ਢੱਕਣ ਲਈ ਨਹੀਂ ਹੁੰਦਾ ਕੁਛ, ਉਵੇਂ ਦੀਆਂ ਲਾਈਟਾਂ ਸੀਗੀਆਂ। ਸਟਕ ਔਨ ਪੋਲਸ, ਅਤੇ ਉਹਨਾਂ ਨੂੰ ਉਹਨਾਂ ਨੇ ਛੜੀਆਂ ਦੇ ਸਹਾਰੇ ਉੱਪਰ ਟੰਗਿਆ ਹੋਇਆ ਸੀ।
ਸਮ ਵਰ ਲਿਟ ਅਪ ਬਾਈ ਓਲਡ ਸਾਈਕਲ ਲੈਂਪਸ, ਕੁਛ ਨੇ ਆਪਣੇ ਸਾਈਕਲ ਦੇ ਅੱਗੇ ਲੱਗੀਆਂ ਹੋਈਆਂ ਲਾਈਟਾਂ ਜਗਾਈਆਂ ਹੋਈਆਂ ਸੀ। ਐਂਡ 1 or 2 ਲਾਈਕ ਦ ਐਸਟ੍ਰੋਲੋਜਰ, ਅਤੇ ਇੱਕ ਦੋ ਜਣੇ ਜਿਹੜੇ ਐਸਟ੍ਰੋਲੋਜਰ ਵਰਗੇ ਸੀਗੇ ਮੈਨੇਜਡ ਵਿਦਆਊਟ ਲਾਈਟ ਆਫ ਦੇਅਰ ਓਨ, ਆਪਣੀ ਖੁਦ ਦੀ ਲਾਈਟ ਤੋਂ ਬਿਨਾਂ ਉਹ ਮੈਨੇਜ ਕਰਦੇ ਪਏ ਸੀਗੇ। It was a bewildering crisscross of light rays and moving shadows। ਇਹ ਬੜਾ ਹੀ ਹੈਰਾਨ ਕਰਨ ਦੇਣ ਵਾਲਾ ਸੀਨ ਸੀ ਜਿਹਦੇ ਵਿੱਚ ਕਿ ਹਿਲਦੀਆਂ ਜੁਲਦੀਆਂ ਸ਼ੈਡੋਜ਼ ਦਾ, ਲੋਕਾਂ ਦੀ ਜਿਹੜੀ ਸ਼ੈਡੋਜ਼ ਪੈ ਰਹੀਆਂ ਸੀ, ਅਤੇ ਲਾਈਟ ਦੀ ਕ੍ਰਿਸ ਇੱਕ ਨੈਟਵਰਕ ਜਿਹਾ ਬਣਿਆ ਹੋਇਆ ਸੀ ਉਸ ਜਗ੍ਹਾ 'ਤੇ। ਦਿਸ ਸੂਟਡ ਦ ਐਸਟ੍ਰੋਲੋਜਰ ਵੈਰੀ ਵੈਲ, ਇਹ ਜਗ੍ਹਾ ਐਸਟ੍ਰੋਲੋਜਰ ਯਾਨੀ ਜੋਤਸ਼ੀ ਨੂੰ ਬਹੁਤ ਸੂਟ ਕਰ ਰਹੀ ਸੀ। ਫॉर द ਸਿੰਪਲ ਰੀਜ਼ਨ ਦੈਟ ਹੀ ਹੈਡ ਨਾਟ ਇਨ ਦ ਲੀਸਟ ਇੰਟੈਂਡਡ ਟੂ ਬੀ ਐਨ ਐਸਟ੍ਰੋਲੋਜਰ ਵੈਨ ਹੀ ਬਿਗੈਨ ਲਾਈਫ। ਉਹ ਜਦੋਂ ਉਹਦੀ ਲਾਈਫ ਸ਼ੁਰੂ ਹੋਈ, ਯਾਨੀ ਕਿ ਸ਼ੁਰੂਆਤ ਵਿੱਚ ਜਿਹੜਾ ਬੱਚੇ ਸੋਚਦੇ ਆ ਮੈਂ ਵੱਡਾ ਹੋ ਕੇ ਕੀ ਬਣੂਗਾ, ਉਹਨੇ ਕਦੀ ਉਹਦਾ ਇਰਾਦਾ ਨਹੀਂ ਸੀ ਇੱਕ ਐਸਟ੍ਰੋਲੋਜਰ ਬਣਨ ਦਾ। ਐਂਡ ਹੀ ਨਿਊ ਨੋ ਮੋਰ ਆਫ ਵਟ ਵਾਜ਼ ਗੋਇੰਗ ਟੂ ਹੈਪਨ ਟੂ ਵੈਨ ਹਿਮਸੈਲਫ ਨੈਕਸਟ ਮਿਨਟ, ਅਤੇ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਅਗਲੇ ਪਲ ਵਿੱਚ ਉਹਦੇ ਖੁਦ ਦੇ ਨਾਲ ਕੀ ਹੋਣ ਵਾਲਾ ਹੈ। ਹੀ ਵਾਜ਼ ਐਜ਼ ਮਚ ਅ ਸਟ੍ਰੇਂਜਰ, ਉਹ ਓਨਾ ਹੀ ਅਣਜਾਣ ਸੀ ਟੂ ਦ ਸਟਾਰਸ, ਗ੍ਰਹਾਂ ਦੇ ਮਾਮਲੇ ਦੇ ਵਿੱਚ, ਐਜ਼ ਵਰ ਹੀਜ਼ ਇਨੋਸੈਂਟ ਕਸਟਮਰਸ, ਜਿੰਨੇ ਕਿ ਉਹਦੇ ਭੋਲੇ ਭਾਲੇ ਕਸਟਮਰ ਅਣਜਾਣ ਸੀ ਗ੍ਰਹਾਂ ਬਾਰੇ। ਉਹਨੂੰ ਖੁਦ ਨੂੰ ਵੀ ਕੁਛ ਨਹੀਂ ਪਤਾ ਸੀਗਾ ਇਹਨਾਂ ਦੇ ਬਾਰੇ, ਕਿਉਂਕਿ ਉਹ ਬਣਨਾ ਹੀ ਨਹੀਂ ਚਾਹੁੰਦਾ ਸੀਗਾ ਐਸਟ੍ਰੋਲੋਜਰ, ਸ਼ੁਰੂ ਤੋਂ ਉਹਨੂੰ ਕੋਈ ਨੌਲੇਜ ਨਹੀਂ ਸੀ। ਯੈਟ ਹੀ ਸੈਡ ਥਿੰਗਸ, ਫਿਰ ਵੀ ਉਹ ਇਹੋ ਜਿਹੀਆਂ ਗੱਲਾਂ ਕਰ ਦਿੰਦਾ ਸੀਗਾ ਵਿਚ ਪਲੀਜ਼ਡ ਐਂਡ ਐਸਟੋਨਿਸ਼ਡ ਐਵਰੀਵਨ, ਜਿਹੜੀਆਂ ਕਿ ਦੂਸਰਿਆਂ ਨੂੰ ਖੁਸ਼ ਕਰ ਦਿੰਦੀਆਂ ਸੀ ਅਤੇ ਹੈਰਾਨ ਕਰ ਦਿੰਦੀਆਂ ਸੀ। ਦੈਟ ਵਾਜ਼ ਮੋਰ ਅ ਮੈਟਰ ਆਫ ਸਟੱਡੀ, ਪ੍ਰੈਕਟਿਸ ਐਂਡ ਸ਼ਰੀਊਡ ਗੈਸ ਵਰਕ। ਉਹਦਾ ਇਹ ਕੰਮ ਕਿਵੇਂ ਚੱਲਦਾ ਸੀ, ਉਹ ਸਿਰਫ ਚਲਾਕੀ ਭਰੇ ਗੈਸ ਕਰਦਾ ਸੀਗਾ, ਅਤੇ ਉਹਨੇ ਸਟੱਡੀ ਕੀਤੀ ਹੋਈ ਸੀ ਮਾਮਲਿਆਂ ਦੀ, ਵੀ ਲੋਕਾਂ ਦੀ ਜ਼ਿੰਦਗੀ 'ਚ ਕਿਹੋ ਜਿਹੇ ਮਾਮਲੇ ਹੁੰਦੇ ਨੇ ਅਤੇ ਉਹਨਾਂ ਦਾ ਕੀ ਰਿਜ਼ਲਟ ਹੁੰਦਾ ਅਤੇ ਕਿਹਨੂੰ ਕੀ ਕਰਨਾ ਚਾਹੀਦਾ। ਉਹਨੂੰ ਇਹ ਵਾਲਾ ਐਕਸਪੀਰੀਅੰਸ ਸੀਗਾ ਚੰਗੀ ਤਰ੍ਹਾਂ, ਅਤੇ ਉਸ ਹਿਸਾਬ ਨਾਲ ਉਹ ਗੈਸ ਕਰਕੇ ਅੱਗੇ ਉਹਨਾਂ ਨੂੰ ਦੱਸ ਦਿੰਦਾ ਸੀ ਕਿ ਭਵਿੱਖ ਕੀ ਹੋਏਗਾ ਅਤੇ ਉਹਨਾਂ ਨੂੰ ਉਹਦੇ ਲਈ ਕੀ ਕਰਨਾ ਚਾਹੀਦਾ ਵਾ, ਅਤੇ ਮਤਲਬ ਪੋਜ਼ੀਟਿਵ ਉਹਨਾਂ ਨੂੰ ਸਲਾਹ ਦੇ ਦਿੰਦਾ ਸੀ, ਅਤੇ ਲੋਕ ਖੁਸ਼ ਹੋ ਕੇ ਉਹਦੇ ਕੋਲੋਂ ਚਲੇ ਜਾਂਦੇ ਸੀ। ਆਲ ਦ ਸੇਮ ਇਟ ਵਾਜ਼ ਐਜ਼ ਮਚ ਐਜ਼ ਓਨੈਸਟ ਮੈਨਸ ਲੇਬਰ ਐਜ਼ ਐਨੀ ਅਦਰ, ਇਹ ਉੱਦਾਂ ਹੀ ਕਿਸੇ ਇਮਾਨਦਾਰ ਆਦਮੀ ਦੇ ਕੰਮ ਵਾਂਗੂ ਹੀ ਉਹ ਕੰਮ ਕਰ ਰਿਹਾ ਸੀਗਾ। ਐਂਡ ਹੀ ਡਿਜ਼ਰਵਡ ਦਾ ਵੇਜਿਸ ਹੀ ਕੈਰੀਡ ਹੋਮ ਐਟ ਦਾ ਐਂਡ ਆਫ ਦਾ ਡੇ, ਅਤੇ ਜਿਹੜਾ ਐਂਡ ਆਫ ਦਾ ਡੇ ਉਹ ਆਪਣੇ ਘਰੇ ਵੇਜਿਸ ਲੈ ਕੇ ਜਾਂਦਾ ਸੀਗਾ, ਰੋਜ਼ ਦੀ ਦਿਹਾੜੀ ਉਹਦੀ ਬਣ ਰਹੀ ਸੀਗੀ, ਉਹ ਉਹਨੂੰ ਜ਼ਰੂਰ ਡਿਜ਼ਰਵ ਕਰਦਾ ਸੀ। ਅਤੇ ਉਹ ਕਿਉਂ ਕਰਦਾ ਸੀ, ਇਹਦੇ ਵਿੱਚ ਉਹਦੀ ਕਨਿੰਗਨੈਸ ਨਹੀਂ ਦੱਸੀ ਹੋਈ, ਕਿਉਂਕਿ ਉਹ ਪੋਜ਼ੀਟਿਵਿਟੀ ਕ੍ਰੀਏਟ ਕਰ ਰਿਹਾ ਸੀ ਸਾਰਿਆਂ ਦੇ ਵਿੱਚ, ਉਹਨਾਂ ਨੂੰ ਧੋਖਾ ਨਹੀਂ ਦੇ ਰਿਹਾ ਸੀਗਾ, ਲੇਕਿਨ ਉਹਨਾਂ ਦੀ ਇੱਕ ਤਰ੍ਹਾਂ ਨਾਲ ਹੈਲਪ ਕਰ ਰਿਹਾ ਸੀਗਾ, ਇੱਕ ਸਾਈਕੋਲੋਜਿਸਟ ਵਾਂਗੂ ਉਹਨਾਂ ਨੂੰ ਸਹੀ ਸਲਾਹ ਦੇ ਕੇ ਤੋਰਦਾ ਸੀਗਾ ਉਹ। ਹੀ ਹੈਡ ਲੈਫਟ ਹਿਜ਼ ਵਿਲੇਜ ਵਿਦਆਊਟ ਐਨੀ ਪ੍ਰੀਵੀਅਸ ਥਾਟ ਔਰ ਪਲਾਨ, ਉਹਨੇ ਪਹਿਲਾਂ ਦਾ ਕੋਈ ਪਲਾਨ ਕੀਤੇ ਬਿਨਾਂ ਆਪਣਾ ਪਿੰਡ ਛੱਡ ਦਿੱਤਾ ਸੀਗਾ ਅਚਾਨਕ ਹੀ। ਇਫ ਹੀ ਹੈਡ ਕੰਟੀਨਿਊਡ ਦੇਅਰ ਹੀ ਵੁੱਡ ਹੈਵ ਕੈਰੀਡ ਔਨ ਦ ਵਰਕ ਆਫ ਹਿਜ਼ ਫੋਰ ਫਾਦਰਸ, ਜੇ ਉਹ ਪਿੰਡ ਵਿੱਚ ਹੀ ਰਹਿ ਰਿਹਾ ਹੁੰਦਾ ਤਾਂ ਉਹਨੇ ਆਪਣੇ ਪੂਰਵਜਾਂ ਦਾ ਹੀ ਕੰਮ ਅੱਗੇ ਚਲਾਉਣਾ ਸੀਗਾ, ਨੇਮਲੀ ਟਿਲਿੰਗ ਦ ਲੈਂਡ, ਲਿਵਿੰਗ, ਮੈਰਿੰਗ ਐਂਡ ਰਾਈਪਨਿੰਗ ਇਨ ਹਿਜ਼ ਕੌਰਨਫੀਲਡ ਐਂਡ ਐਂਸੈਸਟਰ ਹੋਮ, ਜਿਵੇਂ ਕਿ ਜ਼ਮੀਨ ਨੂੰ ਵਾਹੁਣਾ, ਜਿਵੇਂ ਕਿ ਫਾਰਮਰਸ ਕਰਦੇ ਹੁੰਦੇ, ਫਾਰਮਰ ਸੀਗਾ ਉਹ ਪਹਿਲਾਂ, ਉੱਥੇ ਹੀ ਪਿੰਡ 'ਚ ਉਹਨੇ ਵਿਆਹ ਕਰਾਉਣਾ ਸੀਗਾ, ਉੱਥੇ ਹੀ ਰਹਿ ਰਹੇ ਹੋਣਾ ਸੀਗਾ, ਆਪਣੇ ਕੌਰਨਫੀਲਡ ਅਤੇ ਆਪਣੇ ਪੂਰਵਜਾਂ ਦੇ ਘਰ ਦੇ ਵਿੱਚ ਰਹਿੰਦੇ ਹੋਏ ਆਪਣੀ ਉਮਰ ਬਿਤਾਉਣੀ ਸੀ, ਰਾਈਪਨਿੰਗ ਮਤਲਬ ਆਪਣੀ ਉਮਰ ਬਿਤਾਉਣੀ ਸੀ ਉਸੇ ਜਗ੍ਹਾ 'ਤੇ। ਬਟ ਦੈਟ ਵਾਜ਼ ਨੋਟ ਟੂ ਬੀ, ਪਰ ਇੱਦਾਂ ਨਹੀਂ ਹੋਣਾ ਸੀ। ਹੀ ਹੈਡ ਟੂ ਲੀਵ ਹੋਮ, ਉਹਨੂੰ ਆਪਣਾ ਘਰ ਛੱਡਣਾ ਪਿਆ, ਵਿਦਆਊਟ ਟੈਲਿੰਗ ਐਨੀਵਨ, ਕਿਸੇ ਨੂੰ ਵੀ ਬਿਨਾਂ ਦੱਸੇ। ਐਂਡ ਹੀ ਕੁਡ ਨਾਟ ਰੈਸਟ ਟਿਲ ਹੀ ਲੈਫਟ ਇਟ ਬਿਹਾਈਂਡ ਅ ਕਪਲ ਆਫ 100 ਮਾਈਲਸ, ਜਦ ਤੱਕ ਉਹ ਸੈਂਕੜੋਂ ਮੀਲ ਅੱਗੇ ਨਹੀਂ ਚਲਾ ਗਿਆ, ਆਪਣੇ ਪਿੰਡ ਤੋਂ ਦੂਰ ਨਹੀਂ ਚਲਾ ਗਿਆ, ਤਦ ਤੱਕ ਉਹਨੇ ਰੈਸਟ ਵੀ ਨਹੀਂ ਕੀਤੀ। ਟੂ ਅ ਵਿਲੇਜਰ ਇਟ ਇਜ਼ ਅ ਗ੍ਰੇਟ ਡੀਲ, ਇੱਕ ਪੇਂਡੂ ਦੇ ਲਈ, ਪਿੰਡ 'ਚ ਰਹਿਣ ਵਾਲੇ ਦੇ ਲਈ ਇਹ ਬਹੁਤ ਵੱਡੀ ਗੱਲ ਹੈ। ਐਜ਼ ਇਫ ਐਨ ਓਸ਼ਨ ਫਲੋਡ ਬਿਟਵੀਨ, ਕਿਉਂਕਿ ਉਹ ਇੰਨਾ ਦੂਰ ਆ ਗਿਆ ਸੀ ਜਿਵੇਂ ਕਿ ਉਸ ਜਗ੍ਹਾ ਦੇ ਵਿੱਚ ਅਤੇ ਨਵੀਂ ਜਗ੍ਹਾ ਦੇ ਵਿੱਚ ਇੱਕ ਵੱਡਾ ਸਾਰਾ ਸਮੁੰਦਰ ਆ ਗਿਆ ਹੋਵੇ, ਇੰਨੀ ਦੂਰੀ ਸੀਗੀ। ਹੀ ਹੈਡ ਅ ਵਰਕਿੰਗ ਐਨਾਲਿਸਿਸ ਆਫ ਮੈਨਕਾਈਂਡਸ ਟਰਬਲ, ਉਹਨੇ ਆਦਮੀਆਂ ਦੀਆਂ ਜਿਹੜੀਆਂ ਟਰਬਲਸ ਹੁੰਦੀਆਂ ਨੇ, ਮੁਸ਼ਕਿਲਾਂ ਹੁੰਦੀਆਂ ਜ਼ਿੰਦਗੀ ਦੀਆਂ, ਉਹਨਾਂ ਦੇ ਉੱਤੇ ਉਹਨੇ ਕਾਫੀ ਐਨਾਲਿਸਿਸ ਕੀਤਾ ਸੀਗਾ, ਕਾਫੀ ਖੋਜਬੀਨ ਕੀਤੀ ਸੀ, ਜਿਵੇਂ ਕਿ ਮੈਰਿਜ, ਮਨੀ ਐਂਡ ਦ ਟੈਂਗਲਸ ਆਫ ਹਿਊਮਨ ਟਾਈਜ਼, ਅਤੇ ਜੇ ਹਿਊਮਨ ਰਿਸ਼ਤੇ ਹੁੰਦੇ ਆ ਬੰਦਿਆਂ ਦੇ ਆਪਸ 'ਚ, ਉਹਨਾਂ ਦੇ ਵਿੱਚ ਕਿਹੜੀਆਂ ਉਲਝਣਾਂ ਆਉਂਦੀਆਂ, ਉਹਨਾਂ ਸਾਰੀਆਂ ਚੀਜ਼ਾਂ ਦੀ ਉਹਨੇ ਸਟੱਡੀ ਕੀਤੀ ਸੀਗੀ। ਲੌਂਗ ਪ੍ਰੈਕਟਿਸ ਹੈਡ ਸ਼ਾਰਪਨਡ ਹਿਜ਼ ਪਰਸੈਪਸ਼ਨ, ਉਹਦੇ ਮੁਸੀਬਤਾਂ ਦਾ ਹੱਲ ਲੱਭਣ ਦੇ ਵਿੱਚ, ਯਾਨੀ ਕਿ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ
ਉਹਦੀ ਲੰਬੀ ਪ੍ਰੈਕਟਿਸ ਨੇ ਉਹਦਾ ਦਿਮਾਗ ਬਹੁਤ ਸ਼ਾਰਪਨ ਕਰ ਦਿੱਤਾ ਸੀ, ਉਹਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਦੇ ਦਿੱਤਾ ਸੀਗਾ। ਵਿਦਿਨ 5 ਮਿੰਟਸ ਹੀ ਅੰਡਰਸਟੂਡ ਵਾਟ ਵਾਜ਼ ਰੋਂਗ। 5 ਮਿੰਟਾਂ 'ਚ ਉਹਨੂੰ ਪਤਾ ਚੱਲ ਜਾਂਦਾ ਸੀ ਕਿ ਕਿੱਥੇ ਪ੍ਰੋਬਲਮ ਆ ਰਹੀ ਹੈ ਕਿਸੇ ਬੰਦੇ ਨੂੰ। ਹੀ ਚਾਰਜ 3 ਪਾਈਜ਼ ਪਰ ਕੁਐਸਚਨ। ਉਹ ਹਰੇਕ ਕੁਐਸਚਨ ਦੀ, ਜਿਹੜਾ ਉਹ ਤੋਂ ਕੁਐਸਚਨ ਪੁੱਛਦੇ ਸੀਗੇ ਕਸਟਮਰ, ਹਰੇਕ ਕੁਐਸਚਨ ਲਈ 3 ਪਾਈਜ਼ ਚਾਰਜ ਕਰਦਾ ਸੀ। 3 ਪਾਈ 1 ਪੈਸੇ ਦੇ ਬਰਾਬਰ ਹੁੰਦੀ ਸੀ। ਪੁਰਾਣੇ ਜ਼ਮਾਨੇ ਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਪੁਰਾਣੇ ਜ਼ਮਾਨੇ ਦਾ ਹੈਗਾ ਇਹ ਸਾਰਾ। ਨੈਵਰ ਓਪਨਡ ਹਿਜ਼ ਮਾਊਥ ਟਿਲ ਦਾ ਅਦਰ ਹੈਡ ਸਪੋਕਨ ਫॉर ਐਟਲੀਸਟ 10 ਮਿੰਟਸ। ਅਤੇ ਜਦ ਤੱਕ ਅਗਲਾ ਬੰਦਾ 10 ਮਿੰਟ ਲਗਾਤਾਰ ਬੋਲ ਕੇ ਆਪਣੀ ਪ੍ਰੋਬਲਮ ਨਹੀਂ ਦੱਸ ਦਿੰਦਾ ਸੀਗਾ, ਉਹ ਐਸਟਰੋਲੋਜਰ ਆਪਣਾ ਮੂੰਹ ਨਹੀਂ ਖੋਲ੍ਹਦਾ ਸੀ, ਮਤਲਬ ਉਹਨਾਂ ਨੂੰ ਆਨਸਰ ਨਹੀਂ ਦਿੰਦਾ ਸੀ ਉਹਨਾਂ ਦੇ ਕੁਐਸਚਨ ਦਾ। ਵਿਚ ਪ੍ਰੋਵਾਈਡਡ ਹਿਮ ਇਨਫ ਸਟਫ ਫॉर ਅ ਡੋਜ਼ਨ ਆਨਸਰਸ ਐਂਡ ਐਡਵਾਈਸਿਸ। ਜਦ ਤੱਕ ਬੰਦਾ 10 ਮਿੰਟ ਤੱਕ ਬੋਲਦਾ ਸੀਗਾ, ਤਦ ਤੱਕ ਉਹਦੇ ਦਿਮਾਗ 'ਚ ਕਾਫੀ ਸਾਰਾ ਆਨਸਰਸ ਵਗੈਰਾ, ਮਤਲਬ ਡੋਜ਼ਨ ਦਾ ਦਰਜਨੋਂ ਬਹੁਤ ਸਾਰੇ ਆਨਸਰ ਅਤੇ ਐਡਵਾਈਸਿਸ ਉਹਦੇ ਦਿਮਾਗ ਵਿੱਚ ਬਣ ਜਾਂਦੀਆਂ ਸੀਗੀਆਂ। ਵੈਨ ਹੀ ਟੋਲਡ ਦਾ ਪਰਸਨ ਬਿਫੋਰ ਹਿਮ ਗੇਜ਼ਿੰਗ ਐਟ ਹਿਜ਼ ਪਾਮ। ਜਦੋਂ ਉਹ ਆਪਣੇ ਸਾਹਮਣੇ ਬੈਠੇ ਬੰਦੇ ਨੂੰ ਦੱਸਦਾ ਸੀਗਾ, ਉਹਦੀ ਹਥੇਲੀ ਵੱਲ ਗੇਜ਼ ਕਰਦੇ ਹੋਏ, ਯਾਨੀ ਘੂਰਦੇ ਹੋਏ, ਇਨ ਮੈਨੀ ਵੇਜ਼ ਯੂ ਆਰ ਨਾਟ ਗੈਟਿੰਗ ਦਾ ਫੁੱਲੈਸਟ ਰਿਜ਼ਲਟਸ ਫॉर ਯੂਰ ਐਫਰਟਸ। ਉਹ ਕਹਿੰਦਾ, ਹਥੇਲੀ ਵੇਖ ਕੇ ਕਹਿੰਦਾ ਕਿ ਤੈਨੂੰ ਜਿੰਨੇ ਵੀ ਤੂੰ ਐਫਰਟ ਕਰ ਰਿਹਾ ਉਹਦਾ ਪੂਰਾ ਰਿਜ਼ਲਟ ਨਹੀਂ ਮਿਲਦਾ ਪਿਆ। 9 ਆਊਟ ਆਫ 10 ਵਰ ਡਿਸਪੋਜ਼ਡ ਟੂ ਐਗਰੀ ਵਿਦ ਹਿਮ। 10 'ਚੋਂ 9 ਬੰਦੇ ਇਸ ਚੀਜ਼ ਨੂੰ ਸਹੀ ਮੰਨਦੇ ਸੀਗੇ ਕਿ ਉਹਦੇ ਨਾਲ ਸਹਿਮਤ ਹੋ ਜਾਈਏ, ਐਸਟਰੋਲੋਜਰ ਦੇ ਨਾਲ। ਔਰ ਹੀ ਕੁਐਸਚਨ, ਜਾਂ ਫਿਰ ਉਹ ਕੁਐਸਚਨ ਕਰਦਾ ਸੀ, ਇਜ਼ ਦੇਅਰ ਐਨੀ ਵੂਮਨ ਇਨ ਯੂਰ ਫੈਮਿਲੀ, ਮੇ ਬੀ ਈਵਨ ਅ ਡਿਸਟੈਂਟ ਰਿਲੇਟਿਵ, ਹੂ ਇਜ਼ ਨਾਟ ਵੈਲ ਡਿਸਪੋਜ਼ਡ ਟੂਵਰਡਸ ਯੂ। ਉਹ ਪੁੱਛਦਾ ਸੀਗਾ, ਜਾਂ ਫਿਰ ਤੁਹਾਡੀ ਕੋਈ ਐਸੀ ਵੂਮਨ ਹੈਗੀ ਹੈ ਫੈਮਿਲੀ ਦੇ ਵਿੱਚ ਕੋਈ, ਜਾਂ ਫਿਰ ਦੂਰ ਦੀ ਕੋਈ ਰਿਸ਼ਤੇਦਾਰ ਹੋਏਗੀ ਜਿਹੜੀ ਕਿ ਤੁਹਾਡੇ ਨਾਲ ਆਪਣੇ ਰਿਲੇਸ਼ਨਸ ਸਹੀ ਨਹੀਂ ਰੱਖ ਰਹੀ। ਔਰ ਹੀ ਗੇਵ ਐਨ ਐਨਾਲਿਸਿਸ ਆਫ ਕਰੈਕਟਰ। ਜਾਂ ਫਿਰ ਉਹ ਬੰਦਿਆਂ ਨੂੰ ਉਹਨਾਂ ਦੇ ਕਰੈਕਟਰ ਬਾਰੇ ਦੱਸਣ ਲੱਗ ਜਾਂਦਾ ਹੁੰਦਾ ਸੀਗਾ। ਮੋਸਟ ਆਫ ਯੂਰ ਟਰਬਲਸ ਆਰ ਡਿਊ ਟੂ ਯੂਰ ਨੇਚਰ। ਉਹ ਕਹਿੰਦਾ ਸੀਗਾ ਤੁਹਾਡੀ ਜ਼ਿਆਦਾਤਰ ਜਿਹੜੀਆਂ ਪਰੇਸ਼ਾਨੀਆਂ ਤੁਹਾਡੀ ਆਪਦੀ ਨੇਚਰ ਕਰਕੇ ਆ। ਹਾਊ ਕੈਨ ਯੂ ਬੀ ਅਦਰਵਾਈਜ਼ ਵਿਦ ਸੈਟਰਨ ਵੇਅਰ ਹੀ ਇਜ਼। ਕਹਿੰਦਾ ਤੁਸੀਂ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਪੈ ਰਹੀ ਉਹਦੇ ਤੋਂ ਕਿਵੇਂ ਤੁਸੀਂ ਦੂਰ ਜਾ ਸਕਦੇ ਹੋ, ਉਹਨੂੰ ਕਿਵੇਂ ਇਗਨੋਰ ਕਰ ਸਕਦੇ ਹੋ। ਯੂ ਹੈਵ ਐਨ ਇੰਪੈਚੂਅਸ ਨੇਚਰ ਐਂਡ ਅ ਰਫ ਐਕਸਟੀਰੀਅਰ। ਇੰਪੈਚੂਅਸ ਨੇਚਰ ਹੁੰਦੀ ਆ ਕਿ ਤੁਸੀਂ ਬੜੇ ਕਾਲੇ ਹੋ, ਜਲਦੀ ਖਿੱਝ ਜਾਂਦੇ ਹੋ ਅਤੇ ਕਾਲੇ ਹੋ। ਉਹ ਇੱਦਾਂ ਕਹਿੰਦਾ ਸੀਗਾ ਕਿ ਤੁਹਾਡੀ ਇੰਪੈਚੂਅਸ ਨੇਚਰ ਹੈ ਅਤੇ ਰਫ ਐਕਸਟੀਰੀਅਰ, ਯਾਨੀ ਬਾਹਰੋਂ ਦੇਖਣ 'ਚ ਤੁਸੀਂ ਬੜੇ ਸਖਤ ਅਤੇ ਰੋਹਬ ਵਾਲੇ ਲੱਗਦੇ ਹੋ। ਦਿਸ ਐਂਡੀਅਰਡ ਹਿਮ ਟੂ ਦੇਅਰ ਹਾਰਟਸ ਇਮੀਡੀਏਟਲੀ। ਇਹ ਸੁਣ ਕੇ ਇੱਕਦਮ ਲੋਕੀ ਉਹਨੂੰ ਆਪਣੇ ਦਿਲ 'ਚ ਵਸਾ ਲੈਂਦੇ ਸੀ, ਕਿਉਂਕਿ ਆਹ ਗੱਲ ਸੁਣਨਾ ਲੋਕਾਂ ਨੂੰ ਬਹੁਤ ਪਸੰਦ ਹੁੰਦੀ ਸੀ। For even the mildest of us love to think that he has a forbidding exterior। ਕਿਉਂਕਿ ਬਹੁਤ ਘੱਟ ਲੋਕੀ ਹੋਣਗੇ ਸਾਡੇ ਵਿੱਚੋਂ ਜਿਹੜੇ ਇਹ ਸੁਣਨਾ ਪਸੰਦ ਕਰਨਗੇ ਕਿ ਤੁਹਾਡੀ ਪਰਸਨੈਲਿਟੀ ਦੇਖਣ 'ਚ ਕੁਝ ਖਾਸ ਵਧੀਆ ਨਹੀਂ ਲੱਗਦੀ ਹੈਗੀ। ਇਸ ਲਈ ਜਦੋਂ ਕਹਿੰਦਾ ਸੀ ਸਖਤ ਜਿਹੀ ਪਰਸਨੈਲਿਟੀ, ਬਾਹਰੋਂ ਦੇਖਣ 'ਚ ਤੁਹਾਡੇ ਐਕਸਟੀਰੀਅਰ ਰਫ ਐਂਡ ਟਫ ਲੱਗਦਾ, ਤਾਂ ਲੋਕੀ ਖੁਸ਼ ਹੋ ਜਾਂਦੇ ਸੀਗੇ। ਨਟ ਵੈਂਡਰ ਬਲਿਊ ਆਊਟ ਹਿਜ਼ ਫਲੇਅਰ ਐਂਡ ਰੋਜ਼ ਟੂ ਗੋ ਹੋਮ। ਨਟ ਵੈਂਡਰ ਜਿਹੜਾ ਮੂੰਗਫਲੀ ਵੇਚਣ ਵਾਲਾ ਸੀਗਾ, ਬਲਿਊ ਆਊਟ ਮਤਲਬ ਬੁਝਾ ਦੇਣਾ, ਜਿਹੜੀ ਫਲੇਅਰ ਲਾਟ ਅੱਗ ਦੀ ਬਲਦੀ ਪਈ ਸੀ ਉਹਨੂੰ ਬੁਝਾ ਦਿੰਦਾ ਸੀ। ਐਂਡ ਰੋਜ਼, ਰੋਜ਼ ਹੈਗਾ ਰਾਈਜ਼ ਦੀ ਸੈਕਿੰਡ ਫਾਰਮ, ਰਾਈਜ਼ ਰੋਜ਼ ਰੀਜ਼ਨ। ਰੋਜ਼ ਟੂ ਗੋ ਹੋਮ, ਖੜ੍ਹ ਜਾਂਦਾ ਸੀਗਾ ਘਰ ਜਾਣ ਲਈ, ਠੀਕ ਹੈ, ਉੱਠ ਜਾਂਦਾ ਸੀਗਾ ਆਪਣੀ ਜਗ੍ਹਾ ਤੋਂ। ਦਿਸ ਵਾਜ਼ ਅ ਸਿਗਨਲ ਫੋਰ ਦਾ ਐਸਟਰੋਲੋਜਰ ਟੂ ਬੰਡਲ ਅਪ ਟੂ। ਇਹ ਸਿਗਨਲ ਸੀਗਾ ਐਸਟਰੋਲੋਜਰ ਲਈ ਵੀ ਕਿ ਉਹ ਆਪਣਾ ਸਮਾਨ ਬੰਡਲ ਅਪ ਕਰ ਲਵੇ। ਸਿੰਸ ਇਟ ਲੈਫਟ ਹਿਮ ਇਨ ਡਾਰਕਨੈਸ ਐਕਸੈਪਟ ਫॉर ਅ ਲਿਟਲ ਸ਼ੈਫਟ ਆਫ ਗ੍ਰੀਨ ਲਾਈਟ। ਅਤੇ ਜਦੋਂ ਅਸਮਾਨ ਪੈਕ ਕਰ ਰਿਹਾ ਹੁੰਦਾ ਸੀਗਾ, ਉਦੋਂ ਆਪਣੀ ਲਾਟ ਬੁੱਝਣ ਕਰਕੇ ਉੱਥੇ ਡਾਰਕਨੈਸ ਆ ਜਾਂਦੀ ਸੀ। ਬਸ ਇੱਕ ਹਰੇ ਰੰਗ ਦੀ ਸਿੱਧੀ ਜਿਹੀ ਰੋਸ਼ਨੀ ਉਹਦੇ ਉੱਤੇ ਪੈ ਰਹੀ ਹੁੰਦੀ ਸੀ ਉਹਦੇ ਸਾਹਮਣੇ ਵਾਲੀ ਜਗ੍ਹਾ 'ਤੇ। ਵਿਚ ਸਟੇਡ ਇਨ ਫਰੋਮ ਸਮਵੇਅਰ ਐਂਡ ਟੱਚ ਦਾ ਗਰਾਊਂਡ ਬਿਫੋਰ ਹਿਮ। ਉਹਦੇ ਸਾਹਮਣੇ ਵਾਲੇ ਗਰਾਊਂਡ 'ਤੇ ਉਹ ਰੋਸ਼ਨੀ ਪੈ ਰਹੀ ਸੀ, ਕਿਤੋਂ ਆ ਕੇ ਕਿਸੇ ਜਗ੍ਹਾ ਤੋਂ ਰੋਸ਼ਨੀ ਆ ਰਹੀ ਸੀ। ਹੀ ਪਿਕਡ ਅਪ ਹਿਜ਼ ਕੌੜੀ ਸ਼ੈਲਸ। ਆਪਣੇ ਕੌੜੀ ਦੇ ਸ਼ੈਲਸ ਉਹਨੇ ਚੱਕੇ। ਐਂਡ ਪੈਰਾਫਰਨੈਲੀਆ, ਮਤਲਬ ਉਹਦਾ ਜੋ ਵੀ ਉਹਦੇ ਨਾਲ ਰਿਲੇਟਡ ਸਮਾਨ ਸੀਗਾ ਸਾਰਾ। ਐਂਡ ਵਾਜ਼ ਪੁਟਿੰਗ ਦੈਮ ਬੈਕ ਇਨ ਟੂ ਹਿਜ਼ ਬੈਗ। ਅਤੇ ਉਹ ਸਾਰਾ ਸਮਾਨ ਆਪਣੇ ਬੈਗ ਦੇ ਵਿੱਚ ਵਾਪਿਸ ਪਾ ਰਿਹਾ ਸੀ। ਵੈਨ ਦ ਗ੍ਰੀਨ ਸ਼ੈਫਟ ਆਫ ਲਾਈਟ ਵਾਜ਼ ਬਲੌਟਡ ਆਊਟ। ਜਦੋਂ ਕਿ ਉਹ ਗ੍ਰੀਨ ਸ਼ੈਫਟ ਦੀ ਜਿਹੜੀ ਲਾਈਟ ਆ ਰਹੀ ਸੀਗੀ, ਇੱਕ ਰੋਸ਼ਨੀ ਦੀ ਕਿਰਨ ਆ ਰਹੀ ਸੀ, ਉਹ ਬੰਦ ਹੋ ਗਈ ਇੱਕਦਮ, ਕਿਸੇ ਦੇ ਆਉਣ ਕਰਕੇ ਬੰਦ ਹੋਈ ਸੀ। ਹੀ ਲੁਕਡ ਅਪ ਐਂਡ ਸਾ ਅ ਮੈਨ ਸਟੈਂਡਿੰਗ ਬਿਫੋਰ ਹਿਮ। ਉਹਨੇ ਉੱਪਰ ਨੂੰ ਦੇਖਿਆ ਅਤੇ ਉਹਨੇ ਦੇਖਿਆ ਉਹਦੇ ਸਾਹਮਣੇ ਇੱਕ ਬੰਦਾ ਖੜ੍ਹਾ ਹੈ। ਹੀ ਸੈਂਸਡ ਅ ਪੋਸੀਬਲ ਕਲਾਇੰਟ। ਉਹਨੂੰ ਲੱਗਿਆ ਕਿ ਹਾਂ ਸ਼ਾਇਦ ਇਹ ਕਲਾਇੰਟ ਹੀ ਹੋਏਗਾ। ਐਂਡ ਸੈਡ ਯੂ ਲੁੱਕ ਸੋ ਕੇਅਰ ਵੋਰਨ। ਕੇਅਰ ਵੋਰਨ ਹੁੰਦਾ ਜਿਹੜਾ ਬੜੀ ਦੇਰ ਤੋਂ ਕਿਸੇ ਟੈਨਸ਼ਨ ਦੇ ਵਿੱਚ ਹੋਏ ਅਤੇ ਫੇਸ ਤੋਂ ਬੜਾ ਥੱਕਿਆ ਜਿਹਾ ਲੱਗ ਰਿਹਾ ਹੁੰਦਾ। ਉਹ ਦੇਖ ਕੇ ਉਹਨੂੰ ਪਛਾਣ ਜਾਂਦਾ ਕਿ ਬੜਾ ਕੇਅਰ ਵੋਰਨ ਜਿਹਾ ਬੰਦਾ ਕੋਈ ਆਇਆ। ਉਹਨੂੰ ਕਹਿੰਦਾ ਤੂੰ ਲੱਗ ਰਿਹਾ ਬਹੁਤ ਥੱਕਿਆ ਹੋਇਆ ਕਿਸੇ ਟੈਨਸ਼ਨ ਦੇ ਕਰਕੇ। ਇਟ ਵਿਲ ਡੂ ਯੂ ਗੁੱਡ ਟੂ ਸਿਟ ਡਾਊਨ ਫॉर ਅ ਵਾਈਲ ਐਂਡ ਚੈਟ ਵਿਦ ਮੀ।
ਤੇਰਾ ਕੁਛ ਚੰਗਾ ਹੀ ਹੋਏਗਾ ਜੇ ਤੂੰ ਥੋੜ੍ਹੀ ਦੇਰ ਮੇਰੇ ਕੋਲ ਬੈਠ ਕੇ ਮੇਰੇ ਨਾਲ ਗੱਲ ਕਰ ਲਵੇਂ ਤਾਂ। ਦ ਅਦਰ ਮੈਨ ਗ੍ਰੰਬਲਡ ਸਮ ਰਿਪਲਾਈ ਵੇਗਲੀ, ਉਹਨੇ ਅਸਪਸ਼ਟ ਰੂਪ ਵਿੱਚ ਕੁਛ ਬੋਲਿਆ ਵੀ ਇਹੋ ਜਿਹੀ ਕੋਈ ਗੱਲ ਕੀ ਵੀ ਸਮਝ ਨਹੀਂ ਆਈ। ਦ ਐਸਟ੍ਰੋਲੋਜਰ ਪ੍ਰੈਸਡ ਹਿਜ਼ ਇਨਵੀਟੇਸ਼ਨ, ਫਿਰ ਐਸਟ੍ਰੋਲੋਜਰ ਨੇ ਫਿਰ ਦੁਬਾਰਾ ਤੋਂ ਜ਼ੋਰ ਪਾਇਆ, ਨਹੀਂ ਤੂੰ ਮੇਰੇ ਕੋਲ ਬੈਠ, ਮੇਰੇ ਨਾਲ ਗੱਲ ਕਰ।